ਕਰਦੇ ਹੁਣ ਐਮੀ ਵਿਰਕ ਦੀ ਜਿਹੜੇ ਵਿਵਾਦਾਂ ਦੇ ਵਿੱਚ ਘਿਰ ਗਏ ਫਿਲਮ ਭੁੱਜ ਤੇ ਪਵਾੜਾ ਦੇ ਵਿਰੋਧ ਨੂੰ ਲੈ ਕੇ ਐਮੀ ਵਿਰਕ ਨੇ ਹੁਣ ਆਪਣੀ ਸਫਾਈ ਦਿੱਤੀ ਹੈ ਅਤੇ ਕਿਹਾ ਕਿ ਜੋ ਕੰਟਰੈਕਟ ਹੋਏ ਨੇ ਉਹ ਅੰਦੋਲਨ ਤੋਂ ਪਹਿਲਾਂ ਹੋਏ ਸੀ ਜਿਸ ਕਰਕੇ ਕੰਮ ਕਰਨਾ ਪਿਆ। ਫਿਲਮ ਭੁੱਜ ਅਤੇ ਪਵਾੜਾ ਨੂੰ ਲੈ ਕੇ ਐਮੀ ਵਿਰਕ ਦਾ ਵਿਰੋਧ ਹੋ ਰਿਹਾ ਹੈ। ਥਾਂ-ਥਾਂ ਤੇ ਐਮੀ ਵਿਰਕ ਦੇ ਪੁਤਲੇ ਸਾੜੇ ਜਾ ਰਹੇ ਨੇ। ਐਮੀ ਵਿਰਕ ਨੇ ਕਿਹਾ ਕਿ ਪੁਤਲੇ ਸੜਦੇ ਵੇਖ ਮੈਨੂੰ ਦੁੱਖ ਹੋਇਆ ਹੈ ਤੇ ਕਿਸਾਨਾਂ ਦੇ ਖਿਲਾਫ ਖੜਨ ਵਾਲਿਆਂ ਦੇ ਨਾਲ ਭਵਿੱਖ ਦੇ ਵਿੱਚ ਕੰਮ ਨਹੀਂ ਕਰਾਂਗਾ। ਇਹ ਵੀ ਭਰੋਸਾ ਐਮੀ ਵਿਰਕ ਦੇ ਵੱਲੋਂ ਦਿੱਤਾ ਗਿਆ ਹੈ। बस ये कहना भी वो साडा भरा जी ਉਹਦਾ पर मेरी एक बेनती भी मैं गद्दार नहीं गा जी। मेरी एक रिक्वेस्ट है साਰਿਆਂ ਨੂੰ मतलब ਆ ਇੱਕ ਧੱਬਾ ਨਾ ਲਾਇਆ ਜਾਵੇ ਬਿਕਾਜ਼ ਇਹਦੇ 'ਚ ਜੀ ਮੈਂ ਜਿਹੜੀ ਫੋਟੋ ਵਾਇਰਲ ਹੋ ਰਹੀ ਹੈ ਉਹ ਜਿੰਨਾ ਕੁ ਮਤਲਬ ਮੈਂ ਪੜ੍ਹਿਆ ਲਿਖਿਆ ਉਹ ਕਹਿੰਦੇ ਵੀ ਪਹਿਲਾਂ ਬਾਵੇ ਨੂੰ ਫੋਟੋ ਫਿਲਮ ਸਾਈਨ ਹੋਈ ਸੀ ਐਮੀ ਕਿਹਾ ਜਾ ਰਿਹਾ ਕਿ ਪਹਿਲਾਂ ਬਾਵੇ ਨੂੰ ਆਫਰ ਹੋਈ ਬਾਵੇ ਨੇ ਮਨਾ ਕਰਤੀ ਫਿਰ ਐਮੀ ਨੇ ਵੱਧ ਪੈਸੇ ਲੈ ਕੇ ਕਰਤੀ ਕੁਝ ਐਦਾਂ ਦਾ ਕੰਟੈਂਟ ਆ ਜਿਹੜਾ ਵਾਇਰਲ ਕੀਤਾ ਜਾ ਰਿਹਾ। ਹਾਂਜੀ ਕੋਈ ਸ਼ਾਇਦ ਜੋ ਬੁੱਜ ਫਿਲਮ ਦੀ ਗੱਲ ਕਰਦੇ ਆ ਤਾਂ ਬੁੱਜ ਫਿਲਮ 2019 ਦੀ ਹੈ ਜੀ ਤੇ ਜੇ ਰਣਜੀਤ ਬਾਵੇ ਵੀਰੇ ਨੂੰ ਉਦੋਂ ਪਤਾ ਹੁੰਦਾ ਸੀ ਤੇ ਮੈਂ ਖੈਰ ਬਾਵੇ ਨਾਲ ਵੀ ਇਸ ਚੀਜ਼ ਨਾਲ ਸਹਿਮਤ ਨੇ। ਮੈਨੂੰ ਦੱਸ ਦਿੰਦਾ ਵੀ 2021 'ਚ ਜਾ ਕੇ ਅਜੇ ਦੇਵਗਨ ਸਾਹਿਬ ਦਾ ਵਿਰੋਧ ਹੋਣਾ ਵੀ ਮੈਨੂੰ ਉਦੋਂ ਦੱਸ ਦਿੰਦਾ ਯਾਰ ਮੈਂ ਵੀ ਛੱਡ ਦਿੰਦਾ ਤੇ 2019 'ਚ ਉਹਨਾਂ ਨੂੰ ਪਤਾ ਸੀ ਇਸ ਚੀਜ਼ ਦਾ ਤੇ ਚਲੋ ਇਹਦੇ ਇੱਕ ਹਾਸੇ ਵਾਲੀ ਗੱਲ ਰਹਿ ਗਈ ਬਟ ਜੈਨੂਅਲੀ ਇਹ ਗੱਲ ਸਾਰੀ ਫੇਕ ਹੈ ਜੀ। ਤੇ ਹੋਰ ਕੋਈ ਫਿਲਮ ਦੀ ਜੇ ਉਹਨਾਂ ਨੇ ਗੱਲ ਕੀਤੀ ਹੈ ਤਾਂ ਹੋਰ ਇਦਾਂ ਦੀ ਕੋਈ ਵੀ ਫਿਲਮ ਨਹੀਂ ਗੀ ਮਤਲਬ ਜਿਹੜੀ ਬਾਵੇ ਵੀਰੇ ਨੇ ਛੱਡੀ ਹੋਵੇ ਤੇ ਉਹ ਮੈਂ ਕੀਤੀ ਹੋਵੇ ਇਦਾਂ ਦੀ ਕੋਈ ਵੀ ਫਿਲਮ ਨਹੀਂ ਮੇਰੀ। ਤੇ ਹੁਣ ਗੱਲ ਕਰਦੇ ਹਾਂ ਬਠਿੰਡਾ ਦੀ ਜਿੱਥੇ ਨਸ਼ੇ ਦੇ ਕਹਿਰ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ। ਨਸ਼ੇ ਦੀ ਓਵਰਡੋਜ਼ ਦੇ ਕਰਕੇ ਨੌਜਵਾਨ ਦੀ ਮੌਤ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿਉਂਕਿ ਕਾਰ ਦੇ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ ਹੈ ਤੇ ਕਾਰ ਦੇ ਵਿੱਚੋਂ ਨਸ਼ੇ ਦਾ ਟੀਕਾ ਵੀ ਬਰਾਮਦ ਹੋਇਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ ਪਰ ਸ਼ੁਰੂਆਤੀ ਜਾਂਚ ਦੇ ਵਿੱਚ ਪੁਲਿਸ ਨੂੰ ਇਸ ਪੂਰੇ ਮਾਮਲੇ ਤੇ ਨਸ਼ੇ ਦੀ ਓਵਰਡੋਜ਼ ਦੇ ਕਾਰਨ ਹੀ ਮੌਤ ਦਾ ਖਦਸ਼ਾ ਲੱਗ ਰਿਹਾ ਹੈ ਕਿਉਂਕਿ ਕਾਰ ਦੇ ਵਿੱਚੋਂ ਨੌਜਵਾਨ ਦੀ ਲਾਸ਼ ਜਿਸ ਤਰ੍ਹਾਂ ਮਿਲੀ ਹੈ ਉਸ ਦੇ ਕੋਲ ਟੀਕਾ ਜੋ ਨਸ਼ੇ ਦਾ ਉਹ ਪਿਆ ਹੋਇਆ ਹੈ ਤੇ ਪੁਲਿਸ ਨੂੰ ਸ਼ੁਰੂਆਤੀ ਜਾਂਚ ਵਿੱਚ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਦਾ ਖਦਸ਼ਾ ਲੱਗ ਰਿਹਾ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦਾ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। सूरज पान साडे सहयोगी जुड़े ने। सूरज फिलहाल की कुछ जानकारी है पता लग पाया है मौत के असल कारणों का? देखो बठिंडा दे विच कोई पहला मामला नहीं है जदों इस तरह नौजवानों की मौत हुई होवे। इस तो पहला भी 6 के करीब लोग सी जिहड़े जिन्हां दी मौत हो चुकी है और जिन्हां दे कोल इंजैक्शन सीगा जिहड़ा चिट्टे दा जां नशे दा बरामद होया जिस दे कोल चिट्टा बरामद होया। फिलहाल ये 6वीं जां 7वीं मौत आप कह सकते हैं। हालांकि इहदे लायक तौर पर पुष्टि किसी ने नहीं की क्योंकि पोस्टमार्टम की रिपोर्ट तो बाद ही आखिरकार मौत के असल वजह का कारण का पता लग सकेगा पर किते ना किते जाके जदों कोले चिट्टे की इंजैक्शन मिल जाता है सूइयां मिल जांदियां ने तो जाहिर तौर पर सवाल खड़े होने लाजमी ने। सवाल खड़े हो रहे हैं सरकारां ते इत्थों दे पुलिस दे प्रशासन ते और किते ना किते जाके लगातार नौजवानों दी जिहड़ियां मौतां हो रही ने क्योंकि सरकार ने कहा कि 4 हफ्ते का नशा बंद हो जाएगा पर बठिंडा दे विच हर दूजे का तीजे दिन नौजवानों की जिहड़ी मौत हो रही है। जी 15 दिनों की गल कीती जावे तो 6वीं तो 7वीं नौजवान की मौत है जिहड़ी इसी तरह हुई है पर इस तो पहले भी 6 मौतां की जिहड़ी पहेली बनया होया प्रशासन वास्ते किसी भी नतीजे ते पुलिस नहीं पहुंची कि आखिरकार इन्नियां मौतां दी वजह की है क्यों इस तरह का जिहड़ा नशा है वो बेलगाम होकर बठिंडा शहर दे विच विक रिहा। तां करके जवाब है वो प्रशासन नूं देना होएगा पुलिस नूं देना होएगा जां जिहड़े इत्थों दे लीडर्स ने मनप्रीत सिंह बादल होरी उन्हां नूं देना होएगा कि आखिरकार बठिंडा दे विच हो की रिहा है। बिल्कुल ਤਾਂ ਇੱਕ ਪਾਸੇ ਨਸ਼ੇ ਦਾ ਲੱਕ ਤੋੜਨ ਦੇ ਦਾਅਵੇ ਤਾਂ ਕੀਤੇ ਜਾਂਦੇ ਨੇ ਪਰ ਅਜਿਹੀਆਂ ਤਸਵੀਰਾਂ ਉਹਨਾਂ ਦਾਅਵਿਆਂ ਤੇ ਸਵਾਲ ਜ਼ਰੂਰ ਖੜੇ ਕਰਦੀਆਂ ਨੇ। ਸ਼ੁਕਰੀਆ ਸੂਰਜ ਫਿਲਹਾਲ ਇਸ तमाम ਜਾਣਕਾਰੀ ਦੇ ਲਈ। ਤਾਂ ਕਾਰ ਦੇ ਵਿੱਚ ਨੌਜਵਾਨ ਦੀ ਲਾਸ਼ ਮਿਲੀ ਹੈ ਤੇ ਨਾਲ ਹੀ ਕੋਲ ਨਸ਼ੇ ਦਾ ਟੀਕਾ ਬਰਾਮਦ ਹੋਇਆ ਹੈ। तो हुण गल करते हैं हैदराबाद की वाटर वॉरियर्स कल्पना रमेश की। हैदराबाद की बावड़िया वास्तुकला की विलक्षण इतिहासक विरासतां ने ते कल्पना रमेश वर्गी यल जोधा इन्हां नूं बचा के न सिर्फ नवीं जिंदगी दे रही है बल्कि इस दे कारण ग्राउंड वाटर भी रिचार्ज हो रहा है। जे अजिहा नहीं हुंदा तां इतिहासक विरासतां सिर्फ कहानियां च सीमित रह जांदियां ते हुण जिवें जिवें बावड़िया शहर की गंदगी तो निजात मिल रहा है उस तरह इस शहर के ग्राउंड वाटर नूं भी रिचार्ज किया जा रहा है। सिक्योरिटी नूं मजबूत करने के लिए मुड़ तो ये वाटर सोर्स रिचार्ज हो रहे हैं। हमको बचानी है ये जिंदगानी। I'm here today at the Bansilal stepwell and you can see water right behind me. There is water that we found in this well. Earlier was a huge garbage dump. Cities were built around traditional water systems
to give water to communities. It provided water to communities. It provided a socio-cultural space for people that lived around the wells. Today we've lost this language. If we can restore these step wells and bring back water like these, the groundwater here can improve and the communities around can enjoy this groundwater for a long time and make it sustainable for themselves. We really need to step up, create a lot of awareness and bring communities in for the change, connecting people to water, because urban stories are not really connected with the water stories. While doing well restorations, I realized that these are great collection points for rainwater. And when I saw the success story of 2-3 wells we restored, I started taking it on me to restore the heritage step wells in our city. We have been very, very dependent on the pipe supply, the tankers, and on bore wells. So I wish to bring back the context. We need to reconnect people to the well. It's not just water and improving groundwater, but it is also showcasing respect to water.